ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜੀਓ ਨਿਰਮਲ ਬਾਹਰਹੁ ਨਿਰਮਲ, ਬਾਹਰਹੁ ਤਾਂ ਨਿਰਮਲ ਜੀਓ ਨਿਰਮਲ। ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਹੀ। ਮਨਸਾ ਸੱਚ ਸਮਾਣੀ, ਜਨਮ ਰਤਨ ਜਿਨੀ ਖਟਿਆ। ਭਲੇ ਸੇਵਨ ਜਾਰੇ, ਕਹੈ ਨਾਨਕ ਜਿਨ ਮਨ ਨਿਰਮਲ। ਸਦਾ ਰਹੇ ਗੁਰ ਨਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਿਰਪਾ ਦਾ ਸਦਕਾ ਆਪ ਜੀ ਦੇ ਅਸਥਾਨ ਸੋ ਘਰ ਵਿਖੇ ਚੱਲ ਰਹੀ ਲੜੀਵਾਰ ਗੁਰਸ਼ਬਦ ਦੀ ਵਿਆਖਿਆ, ਜੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਰਪਾ ਕਰਕੇ ਦਮਦਮਾ ਸਾਹਿਬ ਦੀ ਧਰਤੀ 'ਤੇ ਕਿਰਪਾ ਕੀਤੀ। ਜਿੱਥੇ ਬਾਣੀ ਉਚਾਰਨ ਕੀਤੀ, ਉੱਥੇ ਸ਼ਾਮ ਨੂੰ ਮਹਾਰਾਜ ਉੱਥੇ ਜਿਹੜੇ ਸਿੰਘ ਸੀ ਉਹਨਾਂ ਦੇ ਦੀਵਾਨ ਦੇ ਵਿੱਚ ਕਥਾ ਵੀ ਕਰਦੇ ਰਹੇ, ਅਰਥ ਸੁਣਾਉਂਦੇ ਰਹੇ। ਜਿਨ੍ਹਾਂ ਨੇ ਸੁਣਿਆ ਉਹਨਾਂ ਦਾ ਉਧਾਰ ਹੋ ਗਿਆ, ਸਮਾਧੀਆਂ ਲੱਗ ਗਈਆਂ, ਬਦੇ ਮੁਕਤੀ ਪ੍ਰਾਪਤ ਹੋ ਗਈ। ਉਸੇ ਬਾਣੀ ਔਰ ਗੁਰੂ ਸਾਹਿਬ ਦੀ ਕਿਰਪਾ ਦੇ ਆਧਾਰ 'ਤੇ ਹੀ ਇਹ ਕਾਰਜ ਜਿਹੜੇ ਹਨ ਵਿਚਾਰ ਦੇ ਗੁਰੂ ਆਸਰੇ ਸਦਕਾ ਕੀਤੇ ਗਏ ਹਨ। ਸੋ ਰਾਮਕਲੀ ਰਾਗ ਦੇ ਵਿੱਚ ਆਨੰਦ ਸਾਹਿਬ ਦੀ ਬਾਣੀ ਦੇ ਅਰਥ ਚੱਲ ਰਹੇ ਹਨ। ਸਤਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਹੈ, ਆਪ ਜੀ ਕਿਰਪਾ ਕਰੋ ਜੀ। ਜੀਓ ਨਿਰਮਲ ਬਾਹਰਹੁ ਨਿਰਮਲ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਐਸੇ ਗੁਰਮੁਖ ਪਿਆਰੇ ਹਨ ਜਿਨ੍ਹਾਂ ਨੇ ਨਾਮ ਜਪ ਕੇ ਆਪਣੇ ਆਪੇ ਨੂੰ ਅੰਦਰੋਂ ਬਿਲਕੁਲ ਪਵਿੱਤਰ ਕਰ ਲਿਆ ਹੈ, ਨਿਰਮਲ ਕਰ ਰਿਹਾ ਹੈ, ਵਿਕਾਰਾਂ ਦੀ ਮੈਲ ਤੋਂ ਰਹਿਤ ਹੋ ਗਏ ਹਨ। ਔਰ ਬਾਹਰੋਂ ਉਹਨਾਂ ਦੇ ਕਰਮ ਜਿਹੜੇ ਹਨ ਉਹ ਵੀ ਪਵਿੱਤਰ ਨਿਰਮਲ ਹਨ। ਬਾਹਰਹੁ ਤਾਂ ਨਿਰਮਲ ਜੀਓ ਨਿਰਮਲ। ਔਰ ਬਾਹਰੋਂ ਤਾਂ ਨਿਰਮਲ, ਬਾਹਰੋਂ ਨਿਰਮਲ ਹੋਣ ਕਰਕੇ ਅੰਦਰੋਂ ਫਿਰ ਹੋਰ ਮੈਲ ਉਹਨਾਂ ਨੂੰ ਨਹੀਂ ਲੱਗਦੀ, ਕਿਉਂਕਿ ਮੈਲ ਜਿੰਨੀ ਵੀ ਜਾਂਦੀ ਮਨ ਤੱਕ ਉਹ ਬਾਹਰੋਂ ਜਾਂਦੀ ਹੈ ਕਰਮਾਂ ਦੇ ਰਾਹੀਂ। ਇਸ ਕਰਕੇ ਹੁਣ ਬਾਹਰੋਂ ਨਿਰਮਲ, ਉਹ ਹੋਰ ਕਰਮ ਗਲਤ ਕਰਦੇ ਹੀ ਨਹੀਂ, ਇਸ ਕਰਕੇ ਅੰਦਰ ਪਵਿੱਤਰ ਰਹਿੰਦਾ ਹੈ ਸਦਾ ਹੀ। ਸਤਿਗੁਰ ਤੇ ਕਰਨੀ ਕਮਾਣੀ, ਸਤਿਗੁਰ ਤੇ ਉੱਚੀ ਕਰਨੀ, ਉੱਚੇ ਅਮਲ ਜਿਹੜੇ ਉਹਨਾਂ ਨੇ ਸਿੱਖ ਲਏ ਨੇ ਕਮਾਈ ਵਾਲੇ। ਕੂੜ ਕੀ ਸੋਏ ਪਹੁੰਚੈ ਨਾਹੀ। ਉਹਨਾਂ ਦੀ ਸੁਰਤੀ ਤੱਕ ਕੂੜ ਦਾ, ਝੂਠ ਦਾ ਪ੍ਰਭਾਵ ਨਹੀਂ ਪੈਂਦਾ। ਜੋ ਬਾਹਰ ਚੱਲ ਰਿਹਾ ਸਾਰਾ ਝੂਠ ਹੀ ਹੈ। ਇਹ ਪਦਾਰਥਾਂ ਦਾ ਅਸਰ ਜਿਹੜਾ ਮਾਇਆ ਦਾ, ਉਹਨਾਂ ਤੇ ਪ੍ਰਭਾਵ ਨਹੀਂ ਪਾਉਂਦਾ। ਮਨਸਾ ਸੱਚ ਸਮਾਣੀ, ਜਿਹੜੀ ਵਾਸ਼ਨਾ ਸੀ ਉਹ ਸੱਚ ਵਿੱਚ ਸਮਾ ਗਈ ਹੈ। ਹਰ ਵਾਸ਼ਨਾ ਸਮਾਣੀ, ਮਹਾਰਾਜ ਪਿੱਛੇ ਕਹਿ ਕੇ ਆਏ 14ਵੀਂ ਪੌੜੀ ਦੇ ਵਿੱਚ। ਕਹਿੰਦੇ ਵਾਸ਼ਨਾ ਜਿਹੜੀ ਹੈ ਉਹਨਾਂ ਦੀ ਮਨਸਾ ਸੱਚ ਦੇ ਵਿੱਚ, ਨਾਮ ਦੇ ਵਿੱਚ ਸਮਾ ਗਈ ਹੈ। ਜਨਮ ਰਤਨ ਜਿਨੀ ਖਟਿਆ। ਇਸ ਤਰ੍ਹਾਂ ਰਤਨ ਰੂਪੀ ਬੜਾ ਹੀ ਕੀਮਤੀ ਜਨਮ ਜਿਹੜਾ ਹੈ ਗੁਰਮੁਖਾਂ ਨੇ ਖੱਟਿਆ ਹੈ, ਇਹਦੇ ਵਿੱਚੋਂ ਲਾਭ ਪ੍ਰਾਪਤ ਕਰ ਲਿਆ ਹੈ। ਭਲੇ ਸੇਵਨ ਜਾਰੇ, ਉਹ ਵਣਜਾਰੇ ਵਪਾਰੀ ਭਲੇ ਹਨ, ਸੋਹਣੇ ਹਨ, ਜਿਨ੍ਹਾਂ ਨੂੰ ਸਤਿਗੁਰੂ ਨੇ ਬਖਸ਼ਿਸ਼ ਕਰ ਦਿੱਤੀ ਹੈ। ਕਹੈ ਨਾਨਕ ਜਿਨ ਮਨ ਨਿਰਮਲ। ਮਹਾਰਾਜ ਕਹਿੰਦੇ ਗੁਰੂ ਅਮਰਦਾਸ ਜੀ, ਜਿਨ੍ਹਾਂ ਦੇ ਮਨ ਪਵਿੱਤਰ ਹਨ, ਸਦਾ ਰਹੇ ਗੁਰ ਨਾਲੇ। ਸਤਿਗੁਰੂ ਜੀ ਦੇ ਨਾਲ ਹੀ ਰਹਿੰਦੇ ਹਨ ਸਦਾ। ਜੇ ਕੋ ਸਿੱਖ ਗੁਰੂ ਛੇਤੀ ਸਨਮੁਖ ਹੋਵੇ। ਫਿਰ ਪੁੱਛਿਆ ਮਹਾਰਾਜ ਨੂੰ, ਗੁਰੂ ਅਮਰਦਾਸ ਜੀ ਨੂੰ, ਮਹਾਰਾਜ ਸਿੱਖ ਕਿੰਨੀ ਪ੍ਰਕਾਰ ਦੇ ਹੁੰਦੇ ਨੇ? ਕਹਿੰਦੇ ਸਨਮੁਖ ਹੁੰਦੇ ਨੇ ਇੱਕ। ਕਿਵੇਂ ਦੇ ਹੁੰਦੇ ਨੇ ਸਨਮੁਖ? ਕਹਿੰਦੇ ਜੇ ਕੋਈ ਸਿੱਖ ਗੁਰੂ ਦੇ ਨਾਲ, ਸਤਿਗੁਰਾਂ ਦੇ ਨਾਲ ਸਨਮੁਖ ਭਾਵ ਸਾਹਮਣੇ ਹੋਵੇ, ਮੂੰਹ ਨਾ ਮੋੜੇ ਹੁਕਮ ਮੰਨਣ ਤੋਂ। ਹੋਵੇ ਤਾਂ ਸਨਮੁਖ ਸਿੱਖ ਕੋਈ, ਜੀਓ ਰਹੇ ਗੁਰ ਨਾਲੇ। ਸਨਮੁਖ ਸਿੱਖ ਉਹਨੂੰ ਚਾਹੀਦਾ ਜੋ ਹੁਕਮ ਮੰਨਦਾ ਗੁਰੂ ਸਾਹਿਬ ਦਾ, ਔਰ ਜਿੰਦ ਕਰਕੇ ਨਾਲ ਰਹਿੰਦਾ ਹੈ, ਜੀ ਕਰਕੇ
ਅੰਦਰੋਂ ਉਹਦਾ ਧਿਆਨ ਨਹੀਂ ਗੁਰੂ ਤੋਂ ਦੂਰ ਉੱਠਦਾ। ਇਹ ਲਗਾਤਾਰ ਨਾਲ ਜੁੜਿਆ ਰਹਿੰਦਾ ਸ਼ਬਦ ਗੁਰ ਦੇ। ਕੇ ਚਰਨ ਹਿਰਦੈ ਧਿਆਏ। ਇਹ ਗੁਰੂ ਕੇ ਚਰਨ ਹਿਰਦੇ ਵਿੱਚ ਧਿਆਉਂਦਾ ਹੈ। ਹਿਰਦਾ ਤਲ ਜਿਹੜਾ ਹੈ ਉਹ ਵਿਚਾਰ ਤੋਂ ਅਗਲਾ ਸੈਂਟਰ ਹੈ। ਪਹਿਲਾਂ ਬਚਨ, ਫਿਰ ਵਿਚਾਰ ਤੇ ਫਿਰ ਪਿਆਰ, ਫਿਰ ਅਧਿਆਤਮ। ਇਸ ਤਰ੍ਹਾਂ 4 ਸੈਂਟਰ ਹਨ ਇਹਦੇ ਜੀਵਨ ਦੇ, ਸ਼ਬਦ ਦੇ ਜਿਹੜੇ ਹਨ। ਪਹਿਲਾਂ ਸਰੀਰ ਹੈ, ਮੂੰਹ ਤੋਂ ਬੰਦਾ ਸ਼ਬਦ ਬੋਲਦਾ ਹੈ, ਫਿਰ ਵਿਚਾਰਾਂ ਵਿੱਚ ਜਾਂਦਾ ਹੈ, ਉੱਥੇ ਵਿਚਾਰ ਕਰਦਾ ਹੈ। ਵਿਚਾਰ ਤੋਂ ਅੱਗੇ ਇੱਕ ਹੋਰ ਵੀ ਹੈ, ਉਹ ਬੁੱਧੀ ਹੈ, ਉਹ ਤੋਲਦੀ ਹੈ ਵੀ ਠੀਕ ਕਿ ਨਹੀਂ। ਫਿਰ ਬੁੱਧੀ ਜਿਹੜਾ ਵਿਚਾਰ ਅੱਗੇ ਸੁੱਟਦੀ ਹੈ ਉਹ ਹਿਰਦੇ ਵਿੱਚ ਜਾਂਦਾ ਹੈ, ਅਤੇ ਜਿਹੜੀ ਚੀਜ਼ ਨੂੰ ਬੁੱਧੀ ਪਾਸ ਕਰ ਦਿੰਦੀ ਹੈ ਹਿਰਦੇ ਤੱਕ ਜਾਣ ਵਾਸਤੇ, ਅੱਗੇ ਭੇਜ ਦਿੰਦੀ ਹੈ, ਉਹ ਫਿਰ ਵਿਚਾਰ ਬੰਦੇ ਨੂੰ ਚੰਗੀ ਤਰ੍ਹਾਂ ਪਕੜ ਲੈਂਦਾ, ਉਹਦੇ ਅੰਦਰ ਡੂੰਘਾ ਹੋ ਜਾਂਦਾ ਹੈ। ਇਸ ਤਰ੍ਹਾਂ ਮਹਾਰਾਜ ਜੀ ਕਹਿੰਦੇ ਹਨ ਗੁਰ ਕੇ ਚਰਨ ਹਿਰਦੈ ਧਿਆਏ। ਅਤੇ ਗੁਰੂ ਕੇ ਚਰਨ ਕੀ ਹਨ? ਗੁਰੂ ਕਾ ਸ਼ਬਦ ਹੈ, ਗੁਰੂ ਕੀ ਬਾਣੀ ਹੈ। ਹਿਰਦੇ ਦੇ ਅੰਦਰ ਉੱਥੇ ਪਿਆਰ ਉਪਜਦਾ ਹੈ। ਅੰਦਰ ਹਿਰਦੇ ਦੇ ਵਿੱਚ ਬਾਣੀ ਨੂੰ ਟਿਕਾਉਂਦੇ ਹਨ, ਸ਼ਬਦ ਨੂੰ। ਅੰਤਰ ਆਤਮੈ ਸੰਭਾਲੇ। ਅਤੇ ਹਿਰਦਾ ਜਿਹੜੀ ਚੀਜ਼ ਨੂੰ ਬਹੁਤਾ ਚਿਰ ਆਪਣੇ ਅੰਦਰ ਰੱਖੇ, ਬਹੁਤਾ ਟਾਈਮ ਰੱਖੇ, ਫਿਰ ਉਹ ਅੱਗੇ ਪਾਸ ਕਰ ਦਿੰਦਾ ਹੈ। ਅਗਲਾ ਕੇਂਦਰ ਕਿਹੜਾ? ਉਹ ਆਤਮਾ ਹੈ। ਆਤਮਾ ਤੱਕ ਭੇਜ ਦਿੰਦਾ ਹੈ। ਉਹ ਅੰਤਰ ਆਤਮਾ ਸੰਭਾਲੇ। ਫਿਰ ਉੱਥੇ ਕੋਈ ਸ਼ਬਦ ਨਹੀਂ, ਕੁਝ ਨਹੀਂ, ਸੁਣ ਸਮਾਧੀ, ਚੁੱਪਚਾਪ ਸਾਰਾ ਕੁਝ। ਬਸ ਇੱਕ ਛੋਟਾ ਜਿਹਾ ਅਹਿਸਾਸ ਹੀ ਬਚਦਾ ਕਿ ਮੈਂ ਮਾਣ ਰਿਹਾ ਹਾਂ। ਉਹਨੂੰ ਬਦੇ ਮੁਕਤ ਕਹਿੰਦੇ ਨੇ। ਜਿਹੜੇ ਸਿੱਖਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਰਸਨਾ ਤੋਂ ਕਥਾ ਸੁਣੀ ਸੀ, ਉਹ ਅੰਤਰ ਆਤਮਾ ਸੰਭਾਲੇ ਵਾਲੀ ਅਵਸਥਾ ਤੱਕ ਚਲੇ ਗਏ ਸਨ, ਜਿੱਥੇ ਸਰੀਰ ਦਾ ਅਭਾਵ ਹੋ ਜਾਂਦਾ ਹੈ। ਉੱਥੇ ਸਰੀਰ ਦਾ ਬਹੁਤਾ ਪਤਾ ਨਹੀਂ ਰਹਿੰਦਾ ਵੀ ਇਹਨੂੰ ਕੋਈ ਗਰਮੀ ਠੰਡ ਲੱਗਦੀ ਹੈ ਕਿ ਭੁੱਖ ਪਿਆਸ ਲੱਗੀ ਹੋਈ ਹੈ ਕਿ ਨਹੀਂ ਲੱਗੀ। ਇਹਦੇ ਤੋਂ ਅੱਗੇ ਨਿਕਲ ਜਾਂਦੇ ਹਨ। ਅੰਤਰ ਆਤਮਾ ਤੱਕ ਪਹੁੰਚ ਜਾਂਦਾ ਹੈ ਗਿਆਨ। ਆਪ ਛੱਡ ਸਦਾ ਰਹਿ ਪਰਨੈ। ਉਹ ਆਪਣਾ ਫਿਕਰ ਛੱਡ ਦਿੰਦੇ ਹਨ, ਆਪਣਾ ਸਾਰਾ ਜੀਵਨ ਸਤਿਗੁਰੂ ਨੂੰ ਸੌਂਪ ਦਿੰਦੇ ਹਨ, ਔਰ ਸਦਾ ਪਰਨੇ 'ਤੇ ਰਹਿੰਦੇ। ਪਰਨਾ ਮੈਨੇ ਆਸਰਾ, ਉਹ ਕੱਪੜਾ ਹੁੰਦਾ ਇੱਕ ਪਰਨਾ, ਜਿਹੜੇ ਪਰਨੇ ਦੇ ਨਾਲ ਬੰਦਾ ਸਾਰੇ ਕੰਮ ਕਰੀ ਜਾਂਦਾ ਸਰੀਰ ਦੇ। ਉਹ ਪਰਨਾ ਤਾਂ ਕਿਹਾ ਹੈ। ਆਸਰੇ 'ਤੇ ਆਪਣੀ ਆਪ ਨੂੰ ਤਿਆਗ ਕੇ ਗੁਰੂ ਦੇ ਆਸਰੇ 'ਤੇ ਰਹਿੰਦਾ ਹੈ। ਗੁਰ ਬਿਨ ਅਵਰ ਨ ਜਾਣੈ ਕੋਇ। ਸਤਿਗੁਰੂ ਤੋਂ ਬਿਨਾਂ, ਆਪਣੇ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ, ਸਾਧ ਸੰਗਤ ਤੋਂ ਬਿਨਾਂ ਹੋਰ ਨਹੀਂ ਕਿਸੇ ਨੂੰ ਜਾਣਦਾ। ਕੋਈ ਵੀ ਕੰਮ ਪੈ ਜਾਏ, ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਨੀ, ਦੇਗ ਕਰਾਉਣੀ, ਸੇਵਾ ਸਿਮਰਨ ਕਰਨਾ, ਗੁਰੂ ਧਾਮਾਂ 'ਤੇ ਜਾਣਾ। ਔਰ ਗੁਰਮੁਖ ਜਿਹੜੇ ਪ੍ਰਵਾਨ ਹੋਏ ਨੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਅੱਗੇ, ਉਹਨਾਂ ਦੀ ਸੰਗਤ ਕਰਨੀ, ਉਹਨਾਂ ਨਾਲ ਦੁੱਖ ਸੁੱਖ ਸਾਂਝਾ ਕਰਨਾ। ਇਹ ਛੱਡ ਕੇ ਹੋਰ ਕਿਸੇ ਨੂੰ ਨਹੀਂ ਜਾਣਦੇ, ਕਿਤੇ ਉਹ ਮੰਗਣਾ। ਉਹ ਕਹੈ ਨਾਨਕ ਸੁਣੋ ਸੰਤੋ। ਮਹਾਰਾਜ ਕਹਿੰਦੇ ਸੁਣੋ ਭਾਈ ਸੰਤ ਜਨੋ ਗੁਰ ਸਿੱਖੋ। ਸੋ ਸਿੱਖ ਸਨਮੁਖ ਹੋਏ। ਐਸਾ ਗੁਰੂ ਕਾ ਸਿੱਖ ਸਨਮੁਖ ਹੁੰਦਾ ਹੈ। ਮਹਾਰਾਜ ਗੁਰੂ ਅਮਰਦਾਸ ਜੀ ਕਹਿੰਦੇ ਹਨ, ਜੇ ਕੋ ਗੁਰ ਤੇ ਬੇਮੁਖ ਹੋਵੇ। ਜਿਹੜਾ ਬੇਮੁਖ ਸਿੱਖ ਹੁੰਦਾ ਉਹ ਕੌਣ ਹੈ? ਇੱਕ ਮਨਮੁਖ ਹੁੰਦਾ, ਇੱਕ ਬੇਮੁਖ ਹੁੰਦਾ ਹੈ। ਮਨਮੁਖ ਉਹਨੂੰ ਕਹਿੰਦੇ ਨੇ ਜਿਹੜਾ ਬਿਲਕੁਲ ਹੀ ਮੂੰਹ ਫੇਰ ਜਾਂਦਾ, ਗੁਰੂ ਤੋਂ ਪਰਤ ਕੇ ਆਉਂਦਾ ਹੀ ਨਹੀਂ। ਅਤੇ ਬੇਮੁਖ ਉਹ ਹੁੰਦਾ ਜਿਹੜਾ ਸੁਣਦਾ ਵੀ ਹੈ, ਪੜ੍ਹਦਾ ਵੀ ਹੈ ਅਤੇ ਕਰਦਾ ਵੀ ਹੈ, ਅਤੇ ਮੰਨਦਾ ਨਹੀਂ, ਮੂੰਹ ਪਰਾਂ ਕਰ ਜਾਂਦਾ ਹੈ। ਜਿਹੜਾ ਕੋਈ ਸਿੱਖ ਗੁਰੂ ਤੋਂ ਬੇਮੁਖ ਹੋਵੇ, ਮਹਾਰਾਜ ਕਹਿੰਦੇ ਸਤਿਗੁਰ ਮੁਕਤ ਨਾ ਪਾਵੇ। ਉਹ ਸਤਿਗੁਰੂ ਦੇ ਪਿਆਰ ਤੋਂ ਬਿਨਾਂ ਮੁਕਤੀ ਨਹੀਂ ਪ੍ਰਾਪਤ ਕਰ ਸਕਦਾ। ਅੰਦਰ ਆਨੰਦ ਨਹੀਂ ਪੈਦਾ ਹੋ ਸਕਦਾ ਉਸਦੇ। ਪਾਵੈ ਮੁਕਤ ਨਾ ਹੋਰ ਥੈ ਕੋਈ। ਹੋਰ ਕਿਸੇ ਥਾਂ ਤੋਂ ਕੋਈ ਮੁਕਤ ਨਹੀਂ ਹੋ ਸਕਦਾ ਗੁਰੂ ਸਾਹਿਬ ਦੀ ਕਿਰਪਾ ਤੋਂ ਬਿਨਾਂ। ਪੁੱਛੋ ਵਿਵੇਕੀਆ ਜਾਏ। ਜਾ ਕੇ ਜਿਹੜੇ ਵਿਵੇਕ ਤਲ ਤੇ ਚਲੇ ਗਏ ਨਾ, ਪਿੱਛੇ ਆਪਾਂ ਵਿਚਾਰਿਆ ਸੀ, ਵਿਵੇਕ ਹੰਸ ਬਿਰਤੀ ਤੱਕ ਚਲੇ ਗਏ ਹਨ। ਉਹਨਾਂ ਨੂੰ ਪੁੱਛ ਲਓ, ਭਾਵੇਂ ਜਾ ਕੇ ਸਾਧੂ ਮਹਾਤਮਾ ਨੂੰ। ਅਨੇਕ ਜੂਨੀ ਭਰਮ ਆਵੇ। ਭਾਵੇਂ ਕਿੰਨੀਆਂ ਜੂਨਾਂ ਗੁਰੂ ਤੋਂ ਬੇਮੁਖ ਹੋਇਆ ਰਵੇ, ਭਟਕਦਾ ਹੀ ਰਹੇਗਾ ਉਹ। ਬਿਨ ਸਤਿਗੁਰ ਮੁਕਤ ਨਾ ਪਾਏ। ਸਤਿਗੁਰੂ ਗਰੀਬ ਨਵਾਜ ਸ਼ਬਦ ਸਰੂਪ ਹਨ, ਜਿਹੜੇ 10 ਪਾਤਸ਼ਾਹਾਂ ਦੇ ਰੂਪ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਮੁਕਤੀ ਨਹੀਂ ਪ੍ਰਾਪਤ ਕਰ ਸਕਦਾ। ਫਿਰ ਮੁਕਤ ਪਾਏ ਲਾਗ ਚਰਨੀ। ਫਿਰ ਪਰਤ ਕੇ ਮੁਕਤੀ ਪਾਏਗਾ ਚਰਨੀ ਲੱਗ ਕੇ। ਕਿਸੇ ਜਨਮ ਵਿੱਚ ਜੇ ਸੰਜੋਗ ਬਣ ਗਿਆ ਤਾਂ ਸਤਿਗੁਰੂ ਸ਼ਬਦ ਸੁਣਾਏ।
ਸਤਿਗੁਰੂ ਜੀ ਸ਼ਬਦ ਸੁਣਾਉਣਗੇ ਪੰਜ ਪਿਆਰਿਆਂ ਦੇ ਰਾਹੀਂ, ਜਿਵੇਂ 10 ਸਰੀਰਾਂ ਵਿੱਚ ਸੁਣਾਉਂਦੇ ਰਹੇ ਹਨ। ਕਹੈ ਨਾਨਕ ਵਿਚਾਰ ਦੇਖੋ। ਮਹਾਰਾਜ ਕਹਿੰਦੇ ਨੇ, ਗੁਰੂ ਅਮਰਦਾਸ ਜੀ ਕਹਿੰਦੇ, ਗੁਰ ਸਿੱਖੋ ਵਿਚਾਰ ਕੇ ਵੇਖੋ ਚੰਗੀ ਬਿਨ ਤਰ੍ਹਾਂ। ਸਤਿਗੁਰ ਮੁਕਤ ਨ ਪਾਏ। ਸਤਿਗੁਰੂ ਜੀ ਤੋਂ ਬਿਨਾਂ ਮੁਕਤੀ ਪ੍ਰਾਪਤ ਨਹੀਂ ਹੋ ਸਕਦੀ। ਆਵਹੁ ਸਿੱਖ ਸਤਿਗੁਰੂ ਕੇ ਪਿਆਰੇ ਹੋ। ਮਹਾਰਾਜ ਸਿੱਖਾਂ ਨੂੰ ਆਵਾਜ਼ ਦੇ ਕੇ ਸੱਦਦੇ ਨੇ, ਕਹਿੰਦੇ ਗੁਰੂ ਕੇ ਸਿੱਖੋ ਆਓ, ਪਿਆਰਿਓ ਗੁਰੂ ਕੇ ਪਿਆਰਿਓ, ਗਾਵਹੁ ਸੱਚੀ ਬਾਣੀ। ਆਓ ਮਿਲ ਕੇ ਬਾਣੀ ਗਾਓ, ਸਾਰੇ ਇਕੱਠੇ ਹੋ ਕੇ ਨਿਤਨੇਮ ਕਰੋ, ਬਾਣੀ ਪੜੋ। ਬਾਣੀ ਤਾਂ ਗਾਵਹੁ ਗੁਰੂ ਕੇਰੀ। ਇਸ ਬਾਣੀ ਨੂੰ ਗਾਓ ਜਿਹੜੀ ਗੁਰੂ ਦੀ ਬਾਣੀ ਹੈ। ਬਾਣੀ ਤਾਂ ਹੋਰ ਵੀ ਬੜੇ ਗ੍ਰੰਥ ਲਿਖੇ ਹੋਏ ਨੇ, ਪਰ ਗਾਉਣਾ ਕੀ ਹੈ ਸਿੱਖ ਨੇ, ਕੀਰਤਨ ਕਾਹਦਾ ਕਰਨਾ? ਕਹਿੰਦੇ ਗੁਰੂ ਕੇਰੀ ਬਾਣੀ ਗਾਓ। ਬਾਣੀਆ ਸਿਰ ਬਾਣੀ। ਜਿਹੜੀ ਸਾਰੀ ਬਾਣੀਆਂ ਦੇ ਸਿਰ ਤੇ ਬਾਣੀ, ਉੱਚੀ ਬਾਣੀ ਹੈ। ਜਿਨ ਕਉ ਨਦਰ ਕਰਮ ਹੋਵੇ। ਇਹ ਕਿੱਥੇ, ਇਹ ਵਸਦੀ ਕਿੱਥੇ ਹੈ? ਕਹਿਣ ਲੱਗੇ ਜਿਨ੍ਹਾਂ ਨੂੰ ਨਦਰ ਕਰਮ ਬਖਸ਼ਿਸ਼ ਹੋ ਜਾਵੇ, ਹਿਰਦੈ ਤਿਨਾ ਸਮਾਣੀ। ਉਹਨਾਂ ਦੇ ਹਿਰਦੇ ਤਲ ਤੇ ਪਹੁੰਚ ਜਾਂਦੀ ਹੈ ਬਾਣੀ। ਆਪਾਂ ਪਿੱਛੇ ਵਿਚਾਰ ਕਰ ਆਏ ਹਾਂ, ਪਹਿਲਾਂ ਬਚਨ, ਫਿਰ ਵਿਚਾਰ ਤੇ ਫਿਰ ਹਿਰਦਾ ਪਿਆਰ, ਉੱਥੇ ਪਹੁੰਚ ਜਾਂਦੀ ਤੀਜੇ ਤਲ ਤੇ। ਪੀਵਹੁ ਅੰਮ੍ਰਿਤ ਸਦਾ ਰਹੋ ਹਰ ਰੰਗ। ਇਸ ਬਾਣੀ ਦੇ ਵਿੱਚ ਅੰਮ੍ਰਿਤ ਹੈ ਭਾਈ, ਇਸ ਨੂੰ ਜਪੋ ਤੇ ਅੰਮ੍ਰਿਤ ਪੀਵੋ ਤੇ ਸਦਾ ਹਰੀ ਦੇ ਰੰਗ ਵਿੱਚ, ਪ੍ਰੇਮ ਵਿੱਚ ਰੰਗੇ ਰਹੋ। ਜਪਿਓ ਸਾਰੰਗ ਪਾਣੀ। ਜਪਦੇ ਰਹੋ ਸਾਰੰਗ ਪਾਣੀ। ਸੱਚੇ ਪਾਤਸ਼ਾਹ ਜੀ ਦੇ ਹੱਥਾਂ ਦੇ ਵਿੱਚ ਸ਼ਕਤੀ ਹੈ, ਧਨੁਸ਼ ਹੈ, ਵਾਹਿਗੁਰੂ ਸੱਚਾ ਪਾਤਸ਼ਾਹ, ਉਹਨੂੰ ਜਪੋ। ਕਹੈ ਨਾਨਕ ਸਦਾ ਗਾਵਹੁ। ਮਹਾਰਾਜ ਕਹਿੰਦੇ ਨੇ ਸਦਾ ਗਾਓ ਭਾਈ ਗੁਰਮੁਖ ਪਿਆਰਿਓ। ਇਹ ਸੱਚੀ ਬਾਣੀ। ਇਹ ਬੱਚੇ ਬਾਣੀ ਜਿਹੜੀ ਸੱਚੀ ਹੈ, ਕਾਇਮ ਰਹਿਣ ਵਾਲੀ ਸਦਾ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ। ਸਤਿਗੁਰੂ ਦੇ ਪਿਆਰ ਤੋਂ ਬਿਨਾ ਹੋਰ ਬਾਣੀ ਜਿਹੜੀ ਕੱਚੀ ਹੈ। ਕੱਲਾ ਗਾਈ ਜਾਂਦਾ, ਸਤਿਗੁਰੂ ਨਾਲ ਪਿਆਰ ਨਹੀਂ ਹੈ, ਸਿਰਫ ਗਾਈ ਜਾਂਦਾ। ਹੋਰ ਬਾਣੀਆਂ ਗਾਈ ਜਾਂਦਾ, ਹੋਰ ਮੰਤਰ ਜੰਤਰ ਬੜੇ ਪੜਦਾ ਫਿਰਦਾ, ਕੱਚਾ ਹੈ ਸਾਰਾ ਕੁਝ। ਬਾਣੀ ਤਾਂ ਕੱਚੀ ਸਤਿਗੁਰੂ ਬਾਝਹੁ। ਸਤਿਗੁਰੂ ਤੋਂ ਬਿਨਾ ਸਾਰੀਆਂ ਬਾਣੀਆਂ ਹੋਰ ਕੱਚੀਆਂ ਹਨ। ਹੋਰ ਕੱਚੀ ਬਾਣੀ। ਮਹਾਰਾਜ ਕਹਿੰਦੇ ਹੋਰ ਕੱਚੀ, ਭਾਵ ਕੱਚੀ ਦਾ ਮਤਲਬ ਹੈ ਵਿਨਾਸ਼ ਹੋ ਜਾਣ ਵਾਲੀ ਹੈ। ਕਹਦੇ ਕੱਚੇ ਸੁਣਦੇ ਕੱਚੇ। ਉਹਨੂੰ ਕਹਿਣ ਵਾਲੇ ਆਪ ਵੀ ਕੱਚੇ ਨੇ, ਬੇਈਮਾਨ ਹਨ। ਸੁਣਦੇ ਕੱਚੇ। ਜਿਹੜੇ ਸੁਣਨ ਵਾਲੇ ਉਹਨਾਂ ਵੀ ਕੱਚੀ ਰਹਿਣਾ। ਫਿਰ ਕੱਚੀ ਆਖ ਵਖਾਣੀ। ਜਿਨ੍ਹਾਂ ਨੇ ਆਖ ਕੇ ਵਿਖਾਣੀ ਉਹ ਵੀ ਕੱਚੇ ਹਨ। ਹਰ ਹਰ ਨਿਤ ਕਰਹਿ ਰਸਨਾ। ਉਹ ਇਸ ਤਰ੍ਹਾਂ ਬੋਲਦੇ ਰਹਿੰਦੇ ਨੇ, ਆਪਣੀ ਰਸਨਾ ਤੋਂ ਨਿਤ ਹਰ ਹਰ ਕਰੀ ਜਾਂਦੇ ਨੇ। ਵਾਹਿਗੁਰੂ ਵਾਹਿਗੁਰੂ ਜਾਂ ਰਾਮ ਰਾਮ ਜਾਂ ਕੋਈ ਵੀ ਨਾਮ ਕਹਿ ਲਓ, ਉਹ ਜਪਦੇ ਦੇ ਮੂੰਹ ਤੋਂ ਤਾਂ ਜਪਦੇ ਹਨ, ਕਹਿਆ ਕਛੂ ਨ ਜਾਣੀ। ਪਰ ਜੋ ਉਹ ਕਹਿ ਰਹੇ ਨੇ ਉਹਨੂੰ ਆਪ ਨਹੀਂ ਜਾਣਦੇ, ਕੁਝ ਸੁਣਦੇ ਨਹੀਂ ਜੋ ਸ਼ਬਦ ਬੋਲ ਰਹੇ ਨੇ। ਇਸ ਕਰਕੇ ਸ਼ਬਦ ਕੱਚਾ ਹੋ ਗਿਆ ਹੈ, ਕਿਉਂਕਿ ਬੰਦਾ ਪੂਰਾ ਸ਼ਾਮਲ ਨਹੀਂ ਉਹਦੇ ਵਿੱਚ, ਪੂਰਾ ਉਹ ਕਰਮ ਕਾਂਡ ਬਣ ਗਿਆ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫੋਕਟ ਕਰਮ ਹੈ, ਉਹ ਆਪਣੀ ਕਹੇ ਨੂੰ ਆਪ ਨਹੀਂ ਜਾਣਦੇ। ਚਿਤ ਜਿਨ ਕਾ ਹਿਰ ਲਿਆ ਮਾਇਆ। ਜਿਨ੍ਹਾਂ ਦਾ ਚਿੱਤ ਮਾਇਆ ਨੇ ਹਿਰ ਲਿਆ, ਚੋਰੀ ਕਰ ਲਿਆ ਹੈ ਇਸ ਮਾਇਆ ਨੇ। ਬੋਲਣ ਪਏ ਰਵਾਣੀ। ਉਹ ਬੋਲਦੇ ਨੇ ਰਵਾਣੀ, ਇੱਕ ਰਵਾਂ ਹੋਇਆ। ਜਿਵੇਂ ਰਵਾਂ, ਇਹ ਨਵਾਂ ਟਰੈਕਟਰ ਲੈ ਕੋਈ ਤੇ ਉਹਨੂੰ ਕਹਿੰਦੇ ਥੋੜਾ ਜਿਹਾ ਰਵਾਂ ਕਰ ਲਓ, ਫਿਰ ਇਹਦੇ ਪਿੱਛੇ ਹੈਰੋਂ ਤੇ ਇਹਨੂੰ ਵਾਵਾਂਗੇ, ਜ਼ੋਰ ਪਾਵਾਂਗੇ ਇਹਦੇ ਉੱਤੇ, ਉਹਨੂੰ ਰਵਾਂ ਕਰਨਾ ਕਹਿੰਦੇ। ਥੋੜਾ ਜਿਹਾ ਮਸ਼ੀਨ ਲੈ ਲਓ, ਕੋਈ ਗੱਡੀ ਲੈ ਲਓ, ਮੋਟਰਸਾਈਕਲ, ਤਾਂ ਉਹ ਕਹਿੰਦੇ ਇਹਨੂੰ ਥੋੜਾ ਜਿਹਾ ਖਾਲੀ ਚਲਾ ਲਓ। ਉਹ ਖਾਲੀ ਚਲਾਉਣ ਨੂੰ ਕਹਿੰਦੇ ਨੇ ਰਵਾਂ ਕਰਨਾ। ਕਹਿੰਦੇ ਖਾਲੀ ਹੀ ਪੜ ਰਹੇ ਨੇ, ਆਪਣਾ ਆਪ ਤੇ ਉਹਨਾਂ ਦਾ ਹੈ ਕੋਈ ਨਹੀਂ ਵਿੱਚ। ਟੇਬਰ ਕਾਰਡ ਵਾਂਗੂ ਬੋਲੀ ਜਾਂਦੇ ਨੇ। ਕਹਿਣ ਲੱਗੇ ਬੋਲਣ ਪੈ ਰਵਾਣੀ, ਇਹ ਚਾਲ ਹੈ ਰਵਾਣੀ, ਜਿਵੇਂ ਪਾਣੀ ਰਵਦਾ ਰਹਿੰਦਾ, ਤੁਰਦਾ ਰਹਿੰਦਾ ਹੈ, ਇਸ ਤਰ੍ਹਾਂ ਉਹਦੇ ਵਿੱਚ ਧਿਆਨ ਕੋਈ ਨਹੀਂ ਹੁੰਦਾ, ਤਾਂ ਉਹਨੂੰ ਕਹਿੰਦੇ ਨੇ ਰਵਾਣੀ। ਇਸ ਤਰ੍ਹਾਂ ਰਵਾਂ ਹੋਏ ਰਹਿੰਦੇ, ਪੜ੍ਹੀ ਜਾਂਦੇ ਨੇ ਖਾਲੀ, ਭਾਵ ਉਹਦਾ ਲਾਭ ਕੋਈ ਨਹੀਂ ਹੁੰਦਾ। ਕਹੈ ਨਾਨਕ ਸਤਿਗੁਰੂ ਬਾਝਹੁ। ਮਹਾਰਾਜ ਕਹਿੰਦੇ ਹਨ ਗਰੀਬ ਨਵਾਜ, ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਬਿਨਾ ਹੋਰ ਕੱਚੀ ਬਾਣੀ। ਹੋਰ ਬਾਣੀ ਕੱਚੀ ਸਾਰੀ, ਸਤਿਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾ। ਗੁਰ ਕਾ ਸ਼ਬਦ ਰਤਨ ਹੈ। ਇਹ ਗੁਰੂ ਕਾ ਸ਼ਬਦ ਜਿਹੜਾ ਰਤਨ ਵਾਂਗੂ ਹੈ, ਭਾਵ ਬਹੁਤ ਕੀਮਤੀ ਹੈ, ਚਮਕਦਾ ਹੈ। ਗੁਰੂ ਕਾ ਸ਼ਬਦ ਬਾਣੀ ਸਰੂਪ ਹੀਰੇ ਜਿਤ ਜੜਾਓ। ਇਹਨੂੰ ਹੀਰੇ ਦੇ ਵਿੱਚ ਜੜੋ, ਭਾਵ ਹਿਰਦੇ ਦੇ ਨਾਲ ਲਾਓ, ਇਹਨੂੰ ਜਪੋ। ਜਦੋਂ ਹੀਰਾ ਹਿਰਦਾ ਹੈ
ਤੇ ਉਹਦੇ ਨਾਲ ਜਪੋ ਇਹਨੂੰ, ਉਹਦੇ ਨਾਲ ਜੜ ਦਿਓ। ਸ਼ਬਦ ਰਤਨ ਜਿਤ ਮਨ ਲਾਗਾ, ਸ਼ਬਦ ਰੂਪੀ ਰਤਨ ਦੇ ਵਿੱਚ ਜਿੱਥੇ ਮਨ ਜੁੜਿਆ ਹੈ ਇਹੋ ਹੋਆ ਸਮਾਉ। ਤਾਂ ਇਹ ਸਮਾਉ ਹੋ ਗਿਆ। ਸ਼ਬਦ ਤੇ ਸੁਰਤ ਇੱਕ ਰੂਪ ਹੋ ਗਏ ਨੇ ਗੁਰੂ ਕੇ ਸਿੱਖ ਦੇ। ਸ਼ਬਦ ਛੇਤੀ ਮਨ ਮਿਲਿਆ, ਸ਼ਬਦ ਦੇ ਵਿੱਚ ਮਨ ਮਿਲ ਗਿਆ, ਮਨ ਸ਼ਬਦ ਵਰਗਾ ਬਣ ਗਿਆ ਹੈ। ਸੱਚੈ ਲਾਇਆ ਭਾਉ, ਸੱਚੇ ਨੇ ਪਿਆਰ ਲਾ ਦਿੱਤਾ ਵਾਹਿਗੁਰੂ ਨੇ ਕਿਰਪਾ ਕਰਕੇ। ਆਪੇ ਹੀਰਾ ਰਤਨ ਆਪੇ, ਆਪ ਹੀ ਫਿਰ ਇੱਕ ਹੀ ਹੋ ਗਿਆ ਸਾਰਾ, ਪਾਣੀ 'ਚ ਪਾਣੀ ਮਿਲ ਗਿਆ, ਜੋਤ ਵਿੱਚ ਜੋਤ ਮਿਲ ਗਈ ਹੈ। ਆਪੇ ਹੀਰਾ ਹੈ, ਆਪੇ ਹੀ ਸਿੱਖ ਹੈ ਤੇ ਆਪ ਹੀ ਗੁਰੂ ਹੈ, ਆਪ ਹੀ ਸੁਰਤ ਤੇ ਆਪ ਹੀ ਸ਼ਬਦ ਹੈ। ਜਿਸਨੋ ਦੇ 부ਝਾਏ, ਇਹ ਗੱਲ ਜਿਹਨੂੰ ਬੁਝਾ ਦੇਵੇ ਗਿਆਨ ਸਿਰ ਤੇ ਹੱਥ ਰੱਖ ਕੇ ਮਹਾਰਾਜ ਕਹੈ ਨਾਨਕ ਸ਼ਬਦ ਰਤਨ ਹੈ। ਮਹਾਰਾਜ ਕਹਿੰਦੇ ਨੇ ਸ਼ਬਦ ਰਤਨ ਹੈ। ਗੁਰੂ ਅਮਰਦਾਸ ਜੀ ਕਹਿੰਦੇ ਨੇ ਹੀਰਾ ਜਿਤ ਜੜਾਓ, ਹਿਰਦੇ ਹੀਰੇ ਵਰਗੇ ਹਿਰਦੇ ਤੇ ਜੜ ਦਿਓ, ਉਸ ਨੂੰ ਇਕੱਠਾ ਕਰ ਦਿਓ। ਸ਼ਬਦ ਨੂੰ ਤੇ ਹੀਰੇ ਨੂੰ ਤੇ ਰਤਨ ਨੂੰ, ਸ਼ਬਦ ਨੂੰ ਤੇ ਸੁਰਤ ਨੂੰ ਇਕੱਠਾ ਕਰ ਦਿੱਤਾ ਹੈ। ਸ਼ਿਵ ਸਖਤ ਆਪ ਉਪਾਏ ਕੈ, ਸ਼ਿਵ ਸਕਤ ਆਪ ਉਪਾਏ ਕੈ ਕਰਤਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਇਹ ਅਕਾਲ ਪੁਰਖ ਜਿਹੜਾ ਦੋ ਚੀਜ਼ਾਂ ਪੈਦਾ ਕਰਦਾ ਸਰੀਰ ਦੇ ਅੰਦਰ। ਕਹਿੰਦੇ ਸ਼ਿਵ ਦਾ ਮਤਲਬ ਜਿਹੜੀ ਸਾਡੇ ਅੰਦਰ ਆਤਮਾ ਹੈ ਉਹਨੂੰ ਸ਼ਿਵ ਕਿਹਾ, ਪਰਮਾਤਮਾ ਦਾ ਪ੍ਰਤੀਨਿਧੀ। ਤੇ ਸ਼ਕਤਮੈ ਨੇ ਸਰੀਰ ਜਿਹੜਾ ਹੈ ਮਾਇਆ ਹੈ, ਇਹ ਆਪ ਹੀ ਪੈਦਾ ਕੀਤਾ ਕਰਤੇ ਪੁਰਖ ਨੇ। ਆਪੇ ਹੁਕਮ ਵਰਤਾਏ, ਆਪ ਹੀ ਇਹਦੇ ਵਿੱਚ ਹੁਕਮ ਰੂਪੀ ਸ਼ਕਤੀ ਦੇ ਨਾਲ ਸਾਰੇ ਕੁਝ ਨੂੰ ਚਲਾਉਂਦਾ ਮਿਲਾ ਕੇ। ਹੁਕਮ ਵਰਤਾਏ ਆਪ ਵੇਖੈ, ਹੁਕਮ ਵਰਤਾਉਂਦਾ ਹੈ ਤੇ ਮਨ ਬੁੱਧੀ ਚਿੱਤ ਆਦਿ ਪੰਜ ਕਾਮ ਕ੍ਰੋਧ ਆਦਿਕ ਔਰ ਗਿਆਨ ਇੰਦਰੇ ਤੇ ਹੋਰ ਬੜਾ ਕੁਝ 9 ਦੁਆਰੇ ਤੇ 10ਵਾਂ ਦੁਆਰੇ ਸਾਰਾ ਪਸਾਰਾ ਹੁਕਮ ਦੁਆਰਾ ਚਲਾ ਰਿਹਾ ਹੈ। ਗੁਰਮੁਖ ਕਿਸੇ 부ਝਾਏ, ਕਿਸੇ ਵਿਰਲੇ ਗੁਰਮੁਖ ਨੂੰ ਬੁਝਾ ਦਿੰਦੇ ਸੱਚੇ ਪਾਤਸ਼ਾਹ ਜੀ। ਤੋੜੇ ਬੰਧਨ ਹੋਵੇ ਮੁਕਤ, ਜਿਹਦੇ ਤੇ ਕਿਰਪਾ ਹੁੰਦੀ, ਜਿਹੜਾ ਹੁਕਮ ਬੁੱਝ ਲੈਂਦਾ ਉਹ ਸਾਰੇ ਬੰਧਨ ਤੋੜ ਦਿੰਦਾ ਵਿਕਾਰਾਂ ਦੇ। ਸ਼ਬਦ ਮਨ ਵਸਾਏ, ਤੇ ਗੁਰੂ ਕੇ ਸ਼ਬਦ ਨੂੰ, ਗੁਰੂ ਕੀ ਬਾਣੀ ਨੂੰ ਮਨ ਵਿੱਚ ਵਸਾ ਲੈਂਦਾ ਹੈ। ਗੁਰਮੁਖ ਜਿਸਨੋ ਆਪ ਕਰੇ ਸੋ ਹੋਵੇ। ਮਹਾਰਾਜ ਕਹਿੰਦੇ ਗੁਰਮੁਖ ਜਿਹਨੂੰ ਆਪ ਬਣਾਏ ਸੱਚਾ ਪਾਤਸ਼ਾਹ ਉਹ ਹੀ ਹੁੰਦਾ ਗੁਰਮੁਖ, ਦੂਸਰੇ ਤੋਂ ਨਹੀਂ ਹੋਇਆ ਜਾਂਦਾ। ਆਪ ਹੀ ਮਹਾਰਾਜ ਬਣਾਉਂਦੇ ਹਨ। ਇੱਕ ਸਚੋਲੇ ਬੁਲਾਏ, ਗੁਰਮੁਖ ਦੀ ਨਿਸ਼ਾਨੀ ਕੀ ਹੈ? ਕਹਿੰਦੇ ਉਹਦੀ ਇੱਕ ਨਾਲ ਲਿਵ ਲੱਗੀ ਹੋਈ ਹੈ ਵਾਹਿਗੁਰੂ ਨਾਲ। ਕਹੈ ਨਾਨਕ ਆਪ ਕਰਤਾ, ਮਹਾਰਾਜ ਕਹਿੰਦੇ ਹਨ ਆਪ ਹੀ ਕਰਤਾ, ਸਾਰਾ ਸਰੀਰ ਦੇ ਵਿੱਚ ਸਾਰੀਆਂ ਕਾਰਵਾਈਆਂ ਕਰ ਰਿਹਾ ਹੈ। ਆਪੇ ਹੁਕਮ 부ਝਾਏ, ਆਪ ਹੀ ਗੁਰਮੁਖ ਨੂੰ ਹੁਕਮ ਦੁਆਰਾ ਬੁਝਾ ਦਿੰਦਾ ਸਾਰੀ ਗੱਲ। ਸਿਮ੍ਰਿਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ। ਮਹਾਰਾਜ ਕਹਿੰਦੇ ਨੇ ਦੁਨੀਆ ਦੇ ਲੋਕ ਪੜ੍ਹੇ ਲਿਖੇ ਵਿਦਵਾਨ ਕਈ ਪੰਡਤ ਜਿਹੜੇ ਨੇ ਉਹ ਕਹਿੰਦੇ ਨੇ ਸਿਮਰਤੀਆਂ ਤੇ ਸ਼ਾਸਤਰ ਤੇ ਪੁੰਨ ਪਾਪ ਦੀ ਬਹਿਸ ਕਰਦੇ ਰਹਿੰਦੇ ਨੇ, ਆਪਸ ਦੇ ਵਿੱਚ ਗੱਲਾਂ ਹੀ ਕਰੀ ਜਾਂਦੇ, ਫਲਾਣੇ ਥਾਂ ਤੇ ਆ ਹੋਇਆ ਸੀ, ਸਬੂਤ ਮਿਲਿਆ ਕਿ ਨਹੀਂ ਮਿਲਿਆ। ਇਸ ਤਰ੍ਹਾਂ ਹੀ ਬਹਿਸ਼ਾਂ ਦੇ ਵਿੱਚ ਫਸੇ ਰਹਿੰਦੇ ਨੇ। ਸਿਮਰ ਸ਼ਾਸਤਰ ਪੁੰਨ ਪਾਪਾਂ ਦੀ ਵਿਚਾਰ ਕਰਦੇ ਰਹਿੰਦੇ ਹਨ, ਤਤੈ ਸਾਰ ਨਾ ਜਾਣੀ। ਪਰ ਉਹਨਾਂ ਨੇ ਅਸਲੀਅਤ ਨੂੰ ਨਹੀਂ ਜਾਣਿਆ, ਤੱਤ ਨੂੰ ਨਹੀਂ ਜਾਣਿਆ ਵੀ ਇਹ ਕਾਹਦੇ ਇਹ ਗ੍ਰੰਥ ਲਿਖੇ ਕਾਹਦੇ ਵਾਸਤੇ ਗਏ ਸੀ। ਤੱਤ ਕਿਹੜੀ ਹੈ? ਨਾਮ ਤੱਤ ਸਭ ਹੀ ਸਿਰ ਜਾਪੈ। ਉਹ ਸੁਰਤੀ ਨੂੰ ਸ਼ਬਦ ਨਾਲ ਨਹੀਂ ਜੋੜਿਆ, ਨਾਮ ਨਾਲ ਨਹੀਂ ਜੁੜੇ ਉਹ। ਤਤੈ ਸਾਰ ਨਾ ਜਾਣੀ ਗੁਰੂ ਬਾਝਹੁ। ਪਰ ਉਸ ਨਾਮ ਤੱਤ ਦੀ ਸਾਰ ਕਿਵੇਂ ਪਤਾ ਲੱਗੇ? ਗੁਰੂ ਤੋਂ ਬਿਨਾਂ ਨਹੀਂ ਪਤਾ ਲੱਗਦੀ। ਗੁਰੂ ਵਾਲੇ ਬਣਨਾ ਪੈਂਦਾ, ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਧਾਰਨ ਕਰਨਾ ਪੈਂਦਾ 5 ਪਿਆਰਿਆਂ ਦੇ ਰਾਹੀਂ। ਇਸ ਤਰ੍ਹਾਂ ਉਹ ਤੱਤ ਦਾ ਪਤਾ ਲੱਗਦਾ ਹੈ। ਤਤੈ ਸਾਰ ਨਾ ਜਾਣੀ, ਮਹਾਰਾਜ ਕਹਿੰਦੇ ਤੱਤ ਦੀ ਸਾਰ ਨਹੀਂ ਜਾਣੀ। ਤਹੀ ਗੁਣੇ ਸੰਸਾਰ ਭ੍ਰਮ ਸੁਤਾ। ਕਿਉਂ ਨਹੀਂ ਤੱਤ ਨਾਮ ਦੀ ਸਾਰ ਜਾਣੀ ਇਹਨਾਂ ਨੇ? ਕਹਿੰਦੇ ਨੇ ਕਿਉਂਕਿ ਤਿੰਨਾਂ ਗੁਣਾਂ ਦੇ ਵਿੱਚ ਸੰਸਾਰ ਭਰਮ ਕੇ ਸੌਂ ਗਿਆ ਹੈ। ਰਜੋ ਗੁਣ, ਤਮੋ ਗੁਣ ਤੇ ਸਤੋ ਗੁਣ, ਇਹ ਮਾਇਆ ਦੇ 3 ਸਰੂਪ ਨੇ। ਕਹਿੰਦੇ ਇਹਨਾਂ ਤਿੰਨਾਂ ਦੇ ਵਿੱਚ ਸੰਸਾਰ ਸੌਂ ਗਿਆ ਭਰਮ ਕਰਕੇ। ਸੁੱਤਿਆ ਰਹਿਣ ਵਿਹਾਣੀ, ਸੁੱਤਿਆਂ ਦੀ ਸਾਰੀ ਜ਼ਿੰਦਗੀ ਗੁਜ਼ਰ ਜਾਂਦੀ ਹੈ। ਸਵੇਰੇ ਜਾਗ ਭਾਵੇਂ ਜਾਂਦੇ ਨੇ, ਮਨ ਸੁੱਤੇ ਹੀ ਰਹਿੰਦਾ ਮਾਇਆ ਵਿੱਚ। ਗੁਰ ਕਿਰਪਾ ਤੇ ਸੇ ਜਨ ਜਾਗੇ। ਸਤਿਗੁਰੂ ਜੀ ਦੀ ਕਿਰਪਾ ਹੁੰਦੀ ਜਿਨ੍ਹਾਂ ਤੇ ਉਹਨਾਂ ਦਾ ਮਨ ਜਾਗ ਪੈਂਦਾ ਸਤਿਗੁਰੂ ਜੀ ਦੀ ਕਿਰਪਾ ਦੁਆਰਾ। ਜਿਨ੍ਹਾਂ ਹਰ ਮਨ ਵਸਿਆ, ਜਿਨ੍ਹਾਂ ਦੇ ਅੰਦਰ
ਵਾਹਿਗੁਰੂ ਸੱਚਾ ਪਾਤਸ਼ਾਹ ਨਾਮ ਵਸ ਗਿਆ ਜਿਨ੍ਹਾਂ ਅੰਦਰ, ਬੋਲੇ ਅੰਮ੍ਰਿਤ ਬਾਣੀ। ਉਹ ਅੰਮ੍ਰਿਤ ਰੂਪੀ ਬਾਣੀ ਬੋਲਦੇ ਹਨ, ਬਾਣੀ ਪੜ੍ਹਦੇ ਸੱਚੇ ਪਾਤਸ਼ਾਹ ਜੀ ਦੀ। ਕਹੈ ਨਾਨਕ ਸੋ ਤਤ ਪਾਏ। ਮਹਾਰਾਜ ਕਹਿੰਦੇ ਸੋ ਤਤ ਅਸਲੀਅਤ ਨੂੰ ਪਾ ਲੈਂਦੇ ਹਨ ਉਹ ਮਨੁੱਖ, ਜਿਸਨੂੰ ਅਣਦਿਨ ਹਰਿ ਲਿਵ ਲਾਗੈ। ਜਿਨ੍ਹਾਂ ਨੂੰ ਅਣਦਿਨ ਦਿਨ ਰਾਤ ਲਿਵ ਲੱਗੀ ਰਹਿੰਦੀ ਹੈ ਜਿਨ੍ਹਾਂ ਦੀ, ਜਾਗਤ ਰਹਿਣ ਵਿਹਾਣੀ। ਇਸ ਤਰ੍ਹਾਂ ਜਾਗਦਿਆਂ ਦੀ ਫਿਰ ਸੁਰਤੀ ਜਾਗ ਪੈਂਦੀ ਹੈ ਤੇ ਜੀਵਨ ਦੀ ਰਾਤ ਉਮਰ ਜਿਹੜੀ ਜਾਗਦਿਆਂ ਸ਼ਬਦ ਸੁਰਤ ਦੇ ਮਿਲਾਪ ਨਾਲ ਗੁਜ਼ਰਦੀ ਹੈ। ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ। ਜਿਹੜਾ ਵਾਹਿਗੁਰੂ ਸੱਚਾ ਪਾਤਸ਼ਾਹ ਮਾਂ ਦੇ ਗਰਭ ਦੇ ਵਿੱਚ ਉਦਰ ਪੇਟ ਦੇ ਵਿੱਚ ਜਿਹੜਾ ਜਿਸ ਨੇ ਪਾਲਣਾ ਕੀਤੀ ਸੀ ਅੱਗ ਤੋਂ ਬਚਾ ਲਿਆ, ਸੋ ਕਿਉ ਮਨੋਹ ਵਿਸਾਰੀਐ। ਉਹਨੂੰ ਕਿਉਂ ਮਨ ਵਿੱਚੋਂ ਭੁਲਾਈਏ। ਮਹਾਰਾਜ ਕਹਿੰਦੇ ਹਨ ਮਨੋਹ ਕਿਉ ਵਿਸਾਰੀਐ ਏਵੜ ਦਾਤਾ। ਕਿਉਂ ਭੁਲਾਈਏ ਇਸ ਤਰ੍ਹਾਂ ਦੇ ਸੱਚੇ ਪਾਤਸ਼ਾਹ ਨੂੰ ਮਨੋ, ਜੇ ਅਗਨ ਮਹਿ ਆਹਾਰ ਪਹੁੰਚਾਵੇ। ਜਿਹੜਾ ਉਹ ਪੇਟ ਦੀ ਅਗਨ ਦੇ ਵਿੱਚ ਵੀ ਖਾਣ ਲਈ ਆਹਾਰ ਦਿੰਦਾ ਰਿਹਾ ਭੋਜਨ, ਉਸਨੂੰ ਕਿਹੋ ਪੋਹਿ ਨ ਸਕੇ। ਉਹਨੂੰ ਕੋਈ ਚੀਜ਼ ਟੱਚ ਨਹੀਂ ਕਰ ਸਕਦੀ, ਪੋਹ ਨਹੀਂ ਸਕਦੀ। ਜਿਸਨੂੰ ਆਪਣੀ ਲਿਵ ਲਾਵੇ। ਜਿਹਨੂੰ ਆਪਣੀ ਲਿਵ ਲਾ ਦਿੱਤੀ ਹੈ, ਅੰਦਰ ਲਿਵ ਲੱਗੀ ਹੋਈ ਸੀ ਨਾ, ਮਹਾਰਾਜ ਨੇ ਦੱਸਿਆ ਹੈ ਕਿ ਲਿਵ ਲੱਗੀ ਸੀ ਅੰਦਰ, ਤੇ ਬਾਹਰ ਵੀ ਜੇ ਲੱਗ ਜਾਏ ਫਿਰ ਵੀ ਨਹੀਂ ਪਾਉਂਦਾ ਕੁਝ। ਆਪਣੀ ਲਿਵ ਆਪੇ ਲਾਏ। ਆਪ ਹੀ ਕਿਰਪਾ ਕਰਕੇ ਲਾਉਂਦੇ ਮਹਾਰਾਜ ਆਪਣੀ ਲਿਵ। ਗੁਰਮੁਖ ਸਦਾ ਸੰਭਾਲੀਐ। ਗੁਰਮੁਖ ਬਣ ਕੇ ਜੇ ਸਦਾ ਸੰਭਾਲਦੇ ਰਹੀਏ ਤੇ ਇੱਕ ਦਿਨ ਲਿਵ ਲੱਗ ਜਾਂਦੀ ਹੈ। ਕਹੈ ਨਾਨਕ ਏਵੜ ਦਾਤਾ। ਮਹਾਰਾਜ ਕਹਿੰਦੇ ਵਾਹਿਗੁਰੂ ਏਡਾ ਵੱਡਾ ਦਾਤਾ ਹੈ, ਸੋ ਕਿਉ ਮਨੋਹ ਵਿਸਾਰੀਐ। ਐਸੇ ਵਾਹਿਗੁਰੂ ਨੂੰ ਮਨੋਂ ਕਿਉਂ ਭੁਲਾਈਏ। ਜੈਸੀ ਅਗਨ ਉਦਰ ਮਹਿ। ਮਹਾਰਾਜ ਕਹਿੰਦੇ ਜਿਵੇਂ ਉੱਥੇ ਲਿਵ ਲੱਗੀ ਹੋਈ ਸੀ ਤਾਂ ਬਚ ਗਿਆ ਪੇਟ ਦੇ ਵਿੱਚ। ਕਹਿੰਦੇ ਜਿਵੇਂ ਦੀ ਅਗਨੀ ਉੱਥੇ ਉਦਰ ਵਿੱਚ ਪੇਟ ਵਿੱਚ ਪਰਮਾਤਮਾ ਨੇ ਬਣਾਈ ਹੈ, ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ। ਹੁਣ ਇੱਥੇ ਜਨਮ ਲੈ ਲਿਆ, ਜੰਮ ਪਏ ਹਾਂ, ਤੇ ਇੱਥੇ ਵੀ ਉਸੇ ਤਰ੍ਹਾਂ ਦੀ ਅਗਨ ਹੈ। ਉਹ ਕਿਹੜੀ ਹੈ? ਮਾਇਆ ਹੈ। ਸੰਸਾਰ ਦੇ ਪਦਾਰਥਾਂ ਦੀ ਤ੍ਰਿਸ਼ਨਾ ਦੀ ਅੱਗ। ਮਾਇਆ ਅਗਨ ਸਭ ਇੱਕੋ ਜਿਹੀ। ਇਹ ਮਾਇਆ ਤੇ ਉਹ ਪੇਟ ਦੀ ਅੱਗ ਜਿਹੜੀ ਇੱਕੋ ਜਿਹੀ ਹੈ। ਉੱਥੋਂ ਵੀ ਸੜ ਸਕਦਾ ਸੀ, ਪਰ ਉੱਥੇ ਲਿਵ ਕਰਕੇ ਬਚ ਗਿਆ, ਤੇ ਹੁਣ ਇੱਥੇ ਸੜੀ ਜਾਂਦਾ। ਕਿਉਂ? ਇੱਥੇ ਲਿਵ ਨਹੀਂ ਲੱਗੀ। ਪਰਤ ਕੇ ਲਿਵ ਲੱਗ ਜਾਏ ਤੇ ਬਚ ਸਕਦਾ ਹੈ। ਇਹ ਇੱਕੋ ਜਿਹੀ ਇਹ ਦੋਵਾਂ ਥਾਵਾਂ ਦੀ ਅੱਗ। ਕਰਤੈ ਖੇਲ ਰਚਾਇਆ। ਇਹ ਕਰਤੇ ਨੇ ਖੇਡ ਰਚਾਈ ਹੋਈ ਹੈ। ਜਾ ਤਿਸ ਭਾਣਾ ਤਾ ਜੰਮਿਆ। ਜਦੋਂ ਉਹਦਾ ਹੁਕਮ ਹੋਇਆ, ਸੱਚੇ ਪਾਤਸ਼ਾਹ ਦਾ ਹੁਕਮ ਦੇ ਰਾਹੀਂ ਜਨਮ ਹੋਇਆ ਜੀਵ ਦਾ, ਪਰਿਵਾਰ ਭਲਾ ਪਾਇਆ। ਤਾਂ ਪਰਿਵਾਰ ਭਲਾ ਪਾਇਆ। ਪਰਿਵਾਰ ਉਹ ਹੀ ਮਿਲਿਆ ਹੈ ਜਿਹੜਾ ਭਲਾ ਪਾਇਆ ਮੈਨੇ ਚੰਗਾ ਲੱਗਾ। ਇਹ ਪਹਿਲਾਂ ਜਨਮ ਲੈਣ ਤੋਂ ਪਹਿਲਾਂ ਅਕਾਲ ਪੁਰਖ ਜੀਵ ਨੂੰ ਪਰਿਵਾਰ ਲੱਭਣ ਲਈ ਕਹਿੰਦਾ ਹੈ, ਬਈ ਦੱਸ ਤੂੰ ਕਿੱਥੇ ਜਨਮ ਲੈਣਾ ਹੈ, ਕਿਹੜਾ ਘਰ ਚਾਹੀਦਾ ਹੈ, ਕਿਹੜਾ ਮਾਤਾ ਪਿਤਾ ਚਾਹੀਦਾ ਹੈ। ਉੱਥੇ ਫਿਰ ਜਿਹੜਾ ਇਹ ਜੀਵ ਹੈ ਆਪਣਾ ਪਰਿਵਾਰ ਮਾਤਾ ਪਿਤਾ ਚੁਣ ਲੈਂਦਾ ਹੈ, ਵੀ ਇਸ ਪਰਿਵਾਰ ਵਿੱਚ ਮੈਂ ਜਾਣਾ ਹੈ। ਫਿਰ ਉਹਦੇ ਨਾਲ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ ਨੇ ਹੋਰ, ਵੀ ਇਸ ਪਰਿਵਾਰ ਵਿੱਚ ਗਿਆ ਤੇ ਤੈਨੂੰ ਇਸ ਤਰ੍ਹਾਂ ਰਹਿਣਾ ਪੈਣਾ ਹੈ, ਇੰਝ ਕਰਨਾ ਪੈਣਾ ਹੈ, ਤੇ ਉਹ ਸਾਰੀਆਂ ਉਹਨੂੰ ਐਗਰੀਮੈਂਟ ਹੁੰਦਾ ਹੈ ਤੇ ਉਹਦੇ ਨਾਲ ਉਹ ਸਹਿਮਤ ਹੋ ਜਾਂਦਾ। ਨਾਲ ਇਹ ਕਹਿੰਦਾ ਵੀ ਨਾਮ ਜਪੂੰਗਾ ਉੱਥੇ ਜਾ ਕੇ, ਗੁਰ ਸੇਵਾ ਤੇ ਭਗਤ ਕਮਾਈ ਤਾਂ ਬੇ ਮਾਨਸ ਦੇ ਹੀ ਪਾਈ, ਤਾਂ ਉੱਥੇ ਨਾਮ ਜਪਾਂਗਾ। ਇਸ ਕਰਕੇ ਮਹਾਰਾਜ ਇੱਥੇ ਕਹਿ ਰਹੇ ਨੇ ਵੀ ਜਨਮ ਤਾਂ ਹੋਇਆ ਜਾਂ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ। ਇਹਨੇ ਆਪ ਹੀ ਕਿਹਾ ਸੀ ਵੀ ਭਲਾ ਹੈ, ਚੰਗਾ ਹੈ, ਪਾਇਆ, ਤੇ ਇਹਨੂੰ ਚੰਗਾ ਲੱਗਾ ਸੀ ਪਰਿਵਾਰ, ਤੇ ਇਹਦੀ ਤਾਂ ਕਰਕੇ ਇੱਥੇ ਜਨਮ ਹੋ ਗਿਆ ਇਸ ਪਰਿਵਾਰ ਦੇ ਵਿੱਚ। ਲਿਵ ਛੁੜਕੀ ਲੱਗੀ ਤ੍ਰਿਸ਼ਨਾ। ਪਰ ਹੋਇਆ ਕਿ ਅੰਦਰਲੀ ਅੱਗ ਤੋਂ ਲਿਵ ਨੇ ਬਚਾਇਆ ਹੋਇਆ ਸੀ। ਇੱਥੇ ਜਨਮ ਲੈਂਦਿਆਂ ਸਾਰ ਜਦੋਂ ਸਵਾਸ ਚੱਲਿਆ ਨਾ, ਤੇ ਸਵਾਸ ਚੱਲਦਿਆਂ ਸਾਰ ਇਹ 9 ਦੁਆਰੇ ਖੁੱਲ੍ਹ ਗਏ ਜਿਹੜੇ ਸੀ, ਤੇ 10ਵਾਂ ਬੰਦ ਹੋ ਗਿਆ, ਤੇ ਅੱਗੋਂ ਮਾਇਆ ਨੇ ਪਕੜ ਲਿਆ, ਤੇ ਲਿਵ ਟੁੱਟ ਗਈ। ਇੱਥੇ ਲਿਵ ਟੁੱਟ ਗਈ ਤੇ ਤ੍ਰਿਸ਼ਨਾ ਲੱਗ ਗਈ। ਸਭ ਤੋਂ ਪਹਿਲੀ ਤ੍ਰਿਸ਼ਨਾ ਕਿਹੜੀ ਲੱਗੀ? ਦੁੱਧ ਪੀਣ ਦੀ। ਉਹ ਦੁੱਧ ਪੀਣ ਦੀ ਤ੍ਰਿਸ਼ਨਾ ਤੋਂ ਜੀਭ ਤੋਂ ਸ਼ੁਰੂ ਹੋ ਗਈ। ਫਿਰ ਜੀਭਾ ਇੰਦਰੀ ਏਕ ਸੁਆਓ, ਫਿਰ ਅੱਗੇ ਵਾਸ਼ਨਾ, ਤੇ ਫਿਰ ਹੰਕਾਰ, ਫਿਰ ਕ੍ਰੋਧ, ਫਿਰ ਫਲਾਣਾ ਢਿੰਗੜਾ, ਬਸ ਹੋ ਗਿਆ ਕੰਮ ਸ਼ੁਰੂ। ਫਿਰ ਕਿੰਨੇ ਨਿਕਲਣਾ ਸੀ। ਇਸ ਕਰਕੇ ਲਿਵ ਛੁੱਟ ਗਈ ਹੈ। ਜਨਮ ਲੈਂਦਿਆਂ ਸਾਰ ਟੁੱਟ ਗਈ ਲਿਵ, ਤੇ ਉਹ ਬੱਚਾ ਰੋਂਦਾ ਉਸ ਟਾਈਮ ਦੇ ਉੱਤੇ ਵੀ ਲਿਵ ਟੁੱਟ ਗਈ ਹੈ, ਲੱਗੀ ਤ੍ਰਿਸ਼ਨਾ। ਮਾਇਆ ਅਮਰ ਵਰਤਾਇਆ। ਇਹ ਮਾਇਆ ਨੇ
ਮਹਾਰਾਜ ਕਹਿੰਦੇ ਮਾਇਆ ਨੇ ਇਹ ਹੁਕਮ ਕੀਤਾ, ਹੁਕਮ ਵਰਤਾਇਆ। ਮਾਇਆ ਦਾ ਹੁਕਮ, ਇਹ ਦੇਸ਼ ਐਸਾ ਹੈ, ਮਾਇਆ ਦਾ ਪ੍ਰਭਾਵ ਹੈ ਇੱਥੇ, ਪਰਮੇਸ਼ਰ ਨੇ ਆਪ ਹੀ ਬਣਾਈ ਹੋਈ ਹੈ। ਕਹਿੰਦੇ ਮਾਇਆ ਨੇ ਅਮਰ ਵਰਤਾਇਆ ਹੈ। ਇਹ ਮਾਇਆ ਜਿਤ ਹਰ ਵਿਸਰੈ। ਮਹਾਰਾਜ ਮਾਇਆ ਕਿਹਨੂੰ ਕਹਿੰਦੇ ਨੇ? ਪੈਸਿਆਂ ਨੂੰ, ਕਿ ਹੋਰ ਸੋਨੇ ਨੂੰ, ਕਿ ਮਕਾਨਾਂ ਨੂੰ, ਕਿ ਗੱਡੀਆਂ ਨੂੰ। ਕਹਿੰਦੇ ਜਿਹੜੀ ਚੀਜ਼ ਦੇ ਨਾਲ ਵਾਹਿਗੁਰੂ ਭੁੱਲ ਜਾਏ, ਭਾਵੇਂ ਕੋਈ ਵੀ ਹੋਵੇ, ਉਹ ਕੁਝ ਵੀ ਹੋਵੇ, ਭਾਵੇਂ ਰੋਟੀ ਵੀ ਕਿਉਂ ਨਾ ਹੋਵੇ, ਜਿਹਨੂੰ ਖਾਂਦਿਆਂ ਖਾਂਦਿਆਂ ਰੱਬ ਭੁੱਲ ਜਾਂਦਾ ਹੈ,